ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਰ ਕਰ, ਪੌਣ ਪਾਣੀ ਬਹਿ ਸੰਤਰ ਧਾਰੇ। ਧਰਤ ਆਕਾਸ ਵਿਛੋੜਿਆਨ, ਚੰਦ ਸੂਰ ਦੁਇ ਜੋਤ ਸਵਾਰੇ। ਖਾਣੀ ਚਾਰ ਬੰਧਾਨ ਕਰ, ਲੱਖ 84 ਜੋਨ ਦੁਆਰੇ। ਇਕਸ ਇਕਸ ਜੂਨ ਵਿੱਚ ਜੀਅ ਜੰਤ ਅਣਗਣਤ ਅਪਾਰੇ। ਮਾਨਸ ਜਨਮ ਦੁਲੰਭ ਹੈ, ਸਫਲ ਜਨਮ ਗੁਰ ਸਰਣ ਉਧਾਰੇ। ਸਾਧ ਸੰਗਤ ਗੁਰ ਸ਼ਬਦ ਲਿਵ, ਭਾਏ ਭਗਤ ਗੁਰ ਗਿਆਨ ਵਿਚਾਰੇ। ਪਰ ਉਪਕਾਰੀ ਗੁਰੂ ਪਿਆਰੇ, ਪਰ ਉਪਕਾਰੀ ਗੁਰੂ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜ਼ਬਰ ਛਤਰ ਤਖ਼ਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ ਚੌਥੀ ਵਾਰ ਦੀ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਸਿਰਜਣਹਾਰ ਪਰਮਾਤਮਾ ਦਾ ਮੰਗਲ ਕਰਕੇ ਔਰ ਮਨੁੱਖਾ ਜਨਮ ਦੀ ਉੱਤਮਤਾ ਨੂੰ ਦੱਸਦੇ ਹੋਏ ਭਾਈ ਗੁਰਦਾਸ ਜੀ ਨਿਮਰਤਾ ਦੇ ਗੁਣ ਧਾਰਨ ਵਾਲੇ ਗੁਣਵਾਨ ਸਫਲ ਹੁੰਦੇ ਹੈ। ਨਿਮਰਤਾ ਦਾ ਗੁਣ ਧਾਰਨ ਵਾਲਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸੋ ਇਸ ਚੌਥੀ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਜ਼ਿਆਦਾ ਕਰਕੇ ਨਿਮਰਤਾ ਦੇ ਗੁਣ ਨੂੰ ਧਾਰਨ 'ਤੇ ਜ਼ੋਰ ਦਿੰਦੇ ਹੈ। ਗੁਰਸਿੱਖੋ, ਨਿਮਰਤਾ ਧਾਰਨ ਕਰਕੇ ਹੀ ਮਨੁੱਖ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕਦਾ ਹੈ। ਸੋ ਆਓ ਸ਼ਰਧਾ ਪਿਆਰ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਅਦਵੈਤ ਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਓੰਕਾਰ ਅਕਾਰ ਕਰ, ਪੌਣ ਪਾਣੀ ਬਹਿ ਸੰਤਰ ਧਾਰੇ। ਸਭ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਪਰਮੇਸ਼ਰ ਵਾਹਿਗੁਰੂ ਔਰ ਉਸ ਦੀ ਸਾਜੀ ਹੋਈ ਕਾਇਨਾਤ ਦਾ ਜ਼ਿਕਰ ਕਰਦੇ ਹੈ। ਪਰਮਾਤਮਾ ਨੇ ਓੰਕਾਰ ਕਹਿ ਕੇ ਇਹ ਸਾਰੇ ਦਿਸਦੇ ਹੋਏ ਆਕਾਰ ਪੈਦਾ ਕੀਤੇ ਹੈ, ਬਣਾਏ ਹੈ।
ਪੌਣ ਪਾਣੀ ਬੈਸੰਤਰ ਧਾਰੇ। ਪੌਣ ਹਵਾ, ਪਾਣੀ ਤੇ ਬੈਸੰਤਰ ਅੱਗ, ਇਤਿਆਦਿਕ ਪੰਜੇ ਤੱਤ ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਹੈ। ਇਹ ਸਾਰੇ ਤੱਤ ਉਸੇ ਨੇ ਬਣਾਏ ਹੈ। ਧਰਤ ਆਕਾਸ ਵਿਛੋੜੇ ਅਨ, ਚੰਦ ਸੂਰ ਦੋਇ ਜੋਤ ਸਵਾਰੇ। ਫਿਰ ਪੰਜਾਂ ਤੱਤਾਂ ਵਿੱਚੋਂ ਧਰਤੀ ਤੇ ਆਕਾਸ਼ ਨੂੰ ਵਿਛੋੜ ਦਿੱਤਾ। ਭਾਵ ਇਹ ਹੈ ਵੀ ਧਰਤੀ ਥੱਲੇ ਹੈ, ਆਕਾਸ਼ ਜਿਹੜਾ ਹੈ ਉਹ ਉੱਪਰ ਹੈ। ਚੰਦ ਸੂਰ ਦੋਇ ਜੋਤ ਸਵਾਰੇ। ਚੰਦ ਤੇ ਸੂਰਜ ਇਹ ਦੋ ਜੋਤਾਂ, ਦੋ ਦੀਵੇ ਵਾਹਿਗੁਰੂ ਨੇ ਬਣਾਏ ਹੈ, ਸਵਾਰੇ ਹੈ। ਇਹ ਸਾਰੇ ਪ੍ਰਮਾਤਮਾ ਨੇ ਆਪ ਬਣਾਏ ਨੇ। ਚੰਦਰਮਾ ਰਾਤ ਨੂੰ ਪ੍ਰਕਾਸ਼ ਕਰਦਾ ਹੈ, ਸੂਰਜ ਦਿਨੇ ਚਾਨਣ ਕਰਦਾ ਹੈ। ਸੂਰਜ ਕਰਕੇ ਹੀ ਦਿਨ ਚੜ੍ਹਦਾ ਹੈ। ਸੋ ਇਸ ਥਾਂ 'ਤੇ ਚੰਦ ਸੂਰ ਦੋਏ ਜੋਤ ਸਵਾਰੇ। ਦੇ ਪਾਠ ਵੀ ਹੁੰਦਾ ਦੋਏ ਦੀ ਥਾਂ 'ਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਪ੍ਰਕਾਸ਼ਿਤ ਹਨ, ਉੱਥੇ ਚੰਦ ਸੂਰ ਦੇ ਜੋਤ ਸਵਾਰੇ, ਉੱਥੇ ਦੇ ਹੈ ਦੱਦੇ ਲਾ। ਚੰਦ ਸੂਰਜ ਦੇ ਇਹ ਦੀਵੇ ਪਰਮਾਤਮਾ ਨੇ ਸਵਾਰੇ ਬਣਾਏ ਹੈ। ਖਾਣੀ ਚਾਰ ਬੰਧਾਨ ਕਰ, ਲੱਖ 84 ਜੋਨ ਦੁਆਰੇ। ਇਹ ਧਰਤੀ ਆਕਾਸ਼ ਪੰਜੇ ਤੱਤ ਸਿਰਜ ਕੇ, ਚੰਦ ਸੂਰ ਬਣਾ ਕੇ, ਇਸ ਤੋਂ ਬਾਅਦ ਫਿਰ ਪਰਮਾਤਮਾ ਨੇ ਖਾਣੀ ਚਾਰ ਬੰਧਾਨ ਕਰ। ਚਾਰ ਖਾਣੀਆਂ ਦੇ ਬੰਧਾਨ ਦਾ ਅਰਥ ਨਿਯਮ ਬਣਾ ਦਿੱਤੇ। ਅੰਡਜ, ਜੇਰਜ, ਸੇਤਜ, ਉਤਪੁਜ। ਇਹ ਚਾਰ ਖਾਣੀਆਂ ਪਰਮੇਸ਼ਰ ਨੇ ਬਣਾਈਆਂ, ਨਿਯਮ ਬਣਾ ਦਿੱਤੇ ਚਾਰੇ ਖਾਣੀਆਂ ਦੇ। ਅੰਡਜ, ਆਂਡਿਆਂ ਤੋਂ ਪੈਦਾ ਹੋਣ ਵਾਲੇ। ਜੇਰਜ, ਜੇਰ ਰਾਹੀਂ ਮੁੜ ਕੇ ਗੰਦਗੀ ਤੋਂ ਪੈਦਾ ਹੋਣ ਵਾਲੇ ਉਹ ਸੇਤਜ। ਅਤੇ ਉਤਪੁਜ, ਧਰਤੀ ਦੀ ਹਿੱਕ ਪਾੜ ਕੇ ਨਿਕਲਣ ਵਾਲੀ ਬਨਸਪਤੀ। ਸੋ ਇਹ ਚਾਰ ਖਾਣੀਆਂ ਦੇ ਨਿਯਮ ਬਣਾਏ। ਲੱਖ 84 ਜੂਨ ਦੁਆਰੇ। 84 ਲੱਖ ਜੂਨਾਂ ਦੇ ਸਰੀਰ ਬਣਾਏ ਨੇ ਪ੍ਰਮਾਤਮਾ ਨੇ। ਦੁਆਰੇ ਤੋਂ ਭਾਵ ਸਰੀਰ। 84 ਲੱਖ ਜੂਨਾਂ ਬਣਾਈਆਂ ਨੇ। ਇਕਸ ਇਕਸ ਜੂਨ ਵਿੱਚ, ਜੀ ਅਜੰਤ ਅਣਗਣਤ ਅਪਾਰੇ। 84 ਲੱਖ ਜੂਨ ਬਣਾਈ ਅਤੇ ਫਿਰ ਇੱਕ ਇੱਕ ਜੂਨ ਦੇ ਵਿੱਚ ਅਣਗਣਤ, ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ, ਇੰਨੇ ਜੀ ਜੰਤ ਪਰਮਾਤਮਾ ਨੇ ਪੈਦਾ ਕੀਤੇ। ਅਪਾਰੇ, ਜਿਹੜੇ ਪਾਰਾਵਾਰ ਤੋਂ ਰਹਿਤ ਨੇ, ਜਿਹੜੇ ਗਿਣਤੀ ਤੋਂ ਰਹਿਤ ਹਨ। ਇੱਕ ਇੱਕ ਜੂਨ ਵਿੱਚ ਅਪਾਰ ਅਣਗਿਣਤ ਜੀਵ ਜੰਤੂ ਵਾਹਿਗੁਰੂ ਪਰਮਾਤਮਾ ਨੇ ਪੈਦਾ ਕੀਤੇ। ਜਿਵੇਂ ਮਨੁੱਖਾ ਜੂਨ ਇੱਕ ਜੂਨ ਹੈ। ਮਨੁੱਖਾ ਜੂਨ ਦੇ ਵਿੱਚ ਕਿੰਨੇ ਸਰੀਰ ਪੈਦਾ ਕੀਤੇ ਨੇ। ਪਸ਼ੂਆਂ ਦੀ ਜੂਨ ਵਿੱਚ ਕਿੰਨੇ ਸਰੀਰ ਪੈਦਾ ਕੀਤੇ ਨੇ। ਪੰਛੀਆਂ ਦੀ ਜੂਨ ਵਿੱਚ ਕਿੰਨੇ ਸਰੀਰ ਪੈਦਾ ਕੀਤੇ ਨੇ। ਸੋ ਇੱਕ ਇੱਕ ਜੂਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੇ ਲੱਖਾਂ ਹੀ, ਅਣਗਿਣਤ ਹੀ ਜੀਵ ਜੰਤੂ ਪੈਦਾ ਕੀਤੇ। ਸੋ ਇੱਕ ਇੱਕ ਜੂਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੇ ਇਹ ਬੇਅੰਤ ਜੀਵ ਪੈਦਾ ਕੀਤੇ ਹੈ। ਮਾਨਸ ਜਨਮ ਦੁਲੰਭ ਹੈ, ਸਫਲ ਜਨਮ ਗੁਰ ਸਰਣ ਉਧਾਰੇ। ਇਹਨਾਂ ਸਾਰੀਆਂ ਜੂਨਾਂ ਦੇ ਵਿੱਚੋਂ, ਇਹ ਸਾਰੀਆਂ ਜੂਨਾਂ ਬਣਾਈਆਂ ਤਾਂ ਪਰਮੇਸ਼ਰ ਦੀਆਂ ਹੀ ਹਨ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਮਨੁੱਖਾ ਜਨਮ ਹੈ ਦੁਲੰਭ, ਉਹ ਦੁਰਲੱਭ ਹੈ। ਦੁਰਲੱਭ ਕਹਿੰਦੇ ਜਿਹੜਾ ਸੌਖਾ ਨਾ ਲੱਭੇ, ਬੜੀ ਮੁਸ਼ਕਲ ਦੇ ਨਾਲ ਮਿਲੇ। ਅਤੇ ਇਹ ਬਹੁਤ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਮਨੁੱਖਾ ਸਰੀਰ ਸਾਨੂੰ ਸਾਰਿਆਂ ਨੂੰ ਮਿਲਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ,
ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਹਾਰਾਜ ਕਹਿੰਦੇ ਇੱਕ ਦੋ ਨਹੀਂ, ਕਈ ਜਨਮ ਕੀੜੇ ਪਤੰਗੇ ਬਣਨਾ ਪਿਆ। ਕਈ ਜਨਮ ਗਜਮੀਨ ਕੁਰੰਗਾ, ਕਦੇ ਹਾਥੀ, ਕਦੇ ਮੱਛੀ, ਕਦੇ ਕੁਰੰਗਾ ਹਿਰਨ ਬਣਨਾ ਪਿਆ। ਕਈ ਜਨਮ ਤੇ ਕਈ ਜਨਮ ਸੱਪ ਬਲਦ ਇਹਨਾਂ ਦੇ ਸਰੀਰ ਧਾਰਨੇ ਪਏ। ਤੇ ਹਜ਼ੂਰ ਜੀ ਨਾਲ ਹੀ ਕਹਿੰਦੇ ਐ, ਸਾਧ ਸੰਗਤ ਕਰਨ ਵਾਸਤੇ ਪਰਮੇਸ਼ਰ ਨੂੰ ਮਿਲਣ ਲਈ ਤੈਨੂੰ ਇਹ ਸਰੀਰ ਮਿਲਿਆ ਹੈ। ਸੋ ਇਹ ਬੜਾ ਦੁਰਲੱਭ ਹੈ ਮਨੁੱਖਾ ਸਰੀਰ। ਸਫਲ ਜਨਮ ਗੁਰ ਸਰਣ ਉਧਾਰੇ। ਤੇ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਭਗਤੀ ਕਰਦੇ ਹੈ, ਉਹਨਾਂ ਦਾ ਮਨੁੱਖਾ ਜਨਮ ਸਫਲ ਹੈ। ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਉਹ ਇਸ ਸਰੀਰ ਦਾ ਉਧਾਰ ਕਰ ਲੈਂਦੇ ਆ, ਉਹ ਆਪਣੇ ਆਪ ਦਾ ਉਧਾਰ ਕਰ ਲੈਂਦੇ ਆ ਗੁਰੂ ਦੀ ਚਰਨੀ ਸ਼ਰਨੀ ਪੈ ਕੇ, ਤਾਂ ਉਹ ਫਿਰ ਸਫਲ ਹੋ ਜਾਂਦੇ ਹੈ। ਸਾਧ ਸੰਗਤ ਗੁਰ ਸ਼ਬਦ ਲਿਵ, ਭਾਏ ਭਗਤ ਗੁਰ ਗਿਆਨ ਵਿਚਾਰੇ। ਇਹ ਮਨੁੱਖਾ ਸਰੀਰ ਮਿਲਿਆ ਹੈ, ਕੀ ਕਰਨਾ ਹੈ? ਸਾਧ ਸੰਗਤ ਗੁਰ ਸ਼ਬਦ ਲਿਵ। ਸਾਧ ਸੰਗਤ ਦੇ ਵਿੱਚ ਜਾ ਕੇ ਗੁਰੂ ਦੇ ਸ਼ਬਦ ਦੇ ਨਾਲ ਲਿਵ ਲਾਉਣੀ ਹੈ। ਭਾਏ ਭਗਤ ਗੁਰ ਗਿਆਨ ਵਿਚਾਰੇ। ਭਾਏ ਭਗਤ ਪ੍ਰੇਮਾ ਭਗਤੀ ਕਰਦਿਆਂ ਹੋਇਆਂ ਗੁਰੂ ਸ਼ਬਦ ਦੇ ਗਿਆਨ ਦੀ ਵਿਚਾਰ ਕਰਨੀ ਹੈ। ਸੋ ਇਸ ਤਰ੍ਹਾਂ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਸਫਲ ਹੋਣਾ ਹੈ। ਜਿਹੜਾ ਗੁਰੂ ਕਾ ਪਿਆਰਾ ਸਿੱਖ ਹੈ, ਭਾਵਨਾ ਵਾਲਾ, ਉਹ ਸਾਧ ਸੰਗਤ ਵਿੱਚ ਜਾ ਕੇ ਗੁਰੂ ਸ਼ਬਦ ਦਾ ਧਿਆਨ ਕਰਦਾ ਹੈ, ਚਿੱਤ ਜੋੜਦਾ ਹੈ, ਪ੍ਰੇਮਾ ਭਗਤੀ ਕਰਦਾ ਹੈ, ਗੁਰੂ ਦੇ ਬਖਸ਼ੇ ਗਿਆਨ ਭਾਵ ਸ਼ਬਦ ਦੀ ਵਿਚਾਰ ਕਰਦਾ ਹੈ। ਪਰੇ ਉਪਕਾਰੀ ਗੁਰੂ ਪਿਆਰੇ। ਸਿੱਖ ਪਰੇ ਉਪਕਾਰ ਕਰਦਾ ਹੈ ਤਾਂ ਹੀ ਉਹ ਗੁਰੂ ਨੂੰ ਪਿਆਰਾ ਲੱਗਦਾ ਹੈ। ਗੁਰੂ ਉਹਦੇ ਨਾਲ ਪਿਆਰ ਕਰਦਾ ਹੈ ਕਿਉਂਕਿ ਉਹਦੇ ਜੀਵਨ ਵਿੱਚ ਗੁਣ ਨੇ, ਗੁਰੂ ਦੇ ਉਪਦੇਸ਼ ਨੂੰ ਉਹ ਕਮਾਉਂਦਾ ਹੈ। ਸੋ ਇਸ ਤਰ੍ਹਾਂ ਸਿੱਖ ਜਿਹੜਾ ਹੈ ਨਾ ਉਹ ਪਰਉਪਕਾਰੀ ਹੁੰਦਾ ਹੈ ਅਤੇ ਸਤਿਗੁਰੂ ਦੇ ਨਾਲ ਉਹ ਪਿਆਰ ਕਰਦਾ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਨਿਮਰਤਾ ਦਾ ਗੁਣ ਧਾਰਨ ਦਾ ਉਪਦੇਸ਼ ਦਿੰਦੇ ਹੈ ਅਤੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਹੈ। ਸਬਦੂ ਨੀਵੀਂ ਧਰਤ ਹੈ, ਆਪ ਗਵਾਏ ਹੋਈ ਓਡੀਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਰਿਆਂ ਤੋਂ ਨੀਵੀਂ ਇਹ ਧਰਤੀ ਹੈ। ਧਰਤੀ ਜਿਹੜੀ ਹੈ ਸਾਡੇ ਪੈਰਾਂ ਦੇ ਹੇਠ ਰਹਿੰਦੀ ਹੈ, ਬਹੁਤ ਧੀਰਜ ਵਾਲੀ ਹੈ, ਸਬਰ ਸੰਤੋਖ ਵਾਲੀ ਹੈ। ਸਬਦੂ ਨੀਵੀਂ ਧਰਤ ਹੈ। ਇਹ ਜਿਹੜੀ ਧਰਤੀ ਹੈ ਨਾ, ਜਿੰਨੇ ਵੀ ਅਸੀਂ ਇਹ ਪੰਜੇ ਤੱਤ ਵੇਖਦੇ ਹਾਂ ਜਾਂ ਹੋਰ ਸਾਰੀ ਰਚਨਾ, ਸੋ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਧਰਤੀ ਹੈ ਉਹ ਨੀਵੀਂ ਹੈ। ਆਪ ਗਵਾਏ ਹੋਈ ਉਹ ਡੀਣੀ। ਅਤੇ ਇਸ ਨੇ ਆਪਾ ਭਾਵ ਗਵਾ ਕਰਕੇ ਸਭ ਤੋਂ ਨੀਵੀਂ ਹੋਈ ਹੈ ਅਤੇ ਨਿਮਾਣੀ ਬਣ ਕੇ ਇਹ ਰਹਿੰਦੀ ਹੈ। ਧੀਰਜ ਧਰਮ ਸੰਤੋਖ ਦ੍ਰਿੜ, ਪੈਰਾਂ ਹੇਠ ਰਹਿ ਲਿਵ ਲੀਣੀ। ਫਿਰ ਇਹ ਧਰਤੀ ਗੁਣਾਂ ਨੂੰ ਧਾਰ ਕੇ ਰੱਖਦੀ ਹੈ। ਧੀਰਜ, ਕਿੱਡਾ ਵੱਡਾ ਇਹਦੇ ਵਿੱਚ ਧੀਰਜ ਹੈ। ਅੱਗੇ ਜਾ ਕੇ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਨਗੇ ਕਿ ਧਰਤੀ ਨੂੰ ਭਾਰ ਜਿਹੜਾ ਨਾ ਅਕਿਰਤ ਕਣ ਲੋਕਾਂ ਦਾ ਲੱਗਦਾ ਹੈ, ਉੱਦਾਂ ਧਰਤੀ 'ਤੇ ਕਿੰਨਾ ਕੁਝ ਹੈ ਉਹਨਾਂ ਦਾ ਭਾਰ ਨਹੀਂ ਮੰਨਦੀ। ਸੋ ਇਹਦੇ ਵਿੱਚ ਧੀਰਜ ਹੈ। ਧੀਰਜ ਧਰਮ ਸੰਤੋਖ ਦ੍ਰਿੜ। ਧੀਰਜ ਅਤੇ ਸੰਤੋਖ ਦੇ ਧਰਮ ਵਿੱਚ ਇਹ ਸਦਾ ਦ੍ਰਿੜ ਹੋ ਕੇ, ਪੱਕੀ ਹੋ ਕੇ ਰਹਿੰਦੀ ਹੈ। ਪੈਰਾਂ ਹੇਠ ਰਹਿ ਲਿਵ ਲੀਣੀ। ਅਤੇ ਪੈਰਾਂ ਹੇਠ ਰਹਿਣ ਵਿੱਚ ਹੀ ਇਹ ਲਿਵ ਲਾਈ ਰੱਖਦੀ ਹੈ, ਭਾਵ ਪ੍ਰੀਤ ਰੱਖਦੀ ਹੈ। ਪੈਰਾਂ ਦੇ ਹੇਠਾਂ ਰਹਿੰਦੀ ਹੈ। ਆਪਾਂ ਸਾਰੇ ਤੁਰਦੇ ਫਿਰਦੇ ਹਾਂ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸਣ ਦਾ ਪਾਣੀ।
ਉੱਥੇ ਵੀ ਨਿਮਰਤਾ ਦਾ ਗੁਣ ਸਮਝਾਇਆ ਭਾਈ ਗੁਰਦਾਸ ਸਾਹਿਬ ਜੀ ਨੇ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ, ਨਾ ਤਿਸ ਭਾਰੇ ਸਾਇਰਾਂ ਨਦਵਾਹ ਵਹੰਦੇ। ਕਿੰਨੇ ਪਰਬਤ ਨੇ, ਪਹਾੜ ਨੇ, ਦਰਿਆ ਵਗਦੇ ਨੇ, ਜੀ ਜੰਤ ਨੇ, ਕਿਸੇ ਦਾ ਭਾਰ ਨਹੀਂ ਮੰਨਦੀ, ਪਰ ਅਕਿਰਤ ਕਣ ਦਾ ਭਾਰ ਉਹ ਮੰਨਦੀ ਹੈ। ਬੰਦੇ ਨੂੰ ਅਕਿਰਤ ਕਣ ਨਹੀਂ ਹੋਣਾ ਚਾਹੀਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧੀਰਜ ਤੇ ਸੰਤੋਖ ਦੇ ਧਰਮ ਨੂੰ ਸਦਾ ਦ੍ਰਿੜ ਕਰਦੀ ਹੈ, ਪੈਰਾਂ ਹੇਠ ਰਹਿੰਦੀ ਹੈ, ਇਸੇ ਵਿੱਚ ਪ੍ਰੀਤ ਲਾਈ ਰੱਖਦੀ ਹੈ। ਸਾਧ ਜਨਾਂ ਦੇ ਚਰਨ ਛੋਹੇ, ਆਡੀਣੀ ਹੋਈ ਲਾਖੀਣੀ। ਜਦੋਂ ਸਾਧੂ ਜਨਾਂ ਦੇ ਚਰਨ ਧਰਤੀ ਨੂੰ ਛੂੰਹਦੇ ਨੇ, ਨਾਮ ਰਸੀਆਂ ਦੇ ਮਹਾਤਮਾ ਸੰਤ ਸਤਿਪੁਰਸ਼ ਦੇ ਚਰਨ ਇਸ ਧਰਤੀ ਨੂੰ ਲੱਗਦੇ ਐ, ਛੂੰਹਦੇ ਐ, ਆਡੀਣੀ ਹੋਈ ਲਾਖੀਣੀ। ਤਾਂ ਆਡੀਣੀ ਅੱਧੀ ਕੌਡੀ ਦੇ ਮੁੱਲ ਦੀ ਇਹ ਲੱਖਾਂ ਦੀ ਹੋ ਜਾਂਦੀ ਹੈ। ਉੱਥੇ ਰੰਗ ਭਾਗ ਲੱਗ ਜਾਂਦੇ ਹੈ, ਜਿੱਥੇ ਨਾਮ ਰਸੀਏ ਸਾਧੂ ਸਤਿਪੁਰਸ਼ ਧਰਤੀ 'ਤੇ ਆਪਣੇ ਚਰਨ ਪਾ ਦਿੰਦੇ ਹੈ। ਸੰਤਾਂ ਦੇ ਚਰਨਾਂ ਦੀ ਛੂਹ ਨਾਲ ਇਹ ਬੇਮੁੱਲੀ ਲੱਖਾਂ ਦੇ ਮੁੱਲ ਵਾਲੀ ਬਣ ਜਾਂਦੀ ਹੈ। ਅੰਮ੍ਰਿਤ ਬੂੰਦ ਸੁਹਾਵਣੀ, ਸ਼ਹਿਬਰ ਛਲਕ ਰੇਣ ਹੋਏ ਰੀਣੀ। ਫਿਰ ਜਦੋਂ ਬੱਦਲਾਂ ਤੋਂ ਵਰਖਾ ਹੁੰਦੀ ਹੈ, ਬੱਦਲਾਂ ਤੋਂ ਜਿਹੜੀ ਪਾਣੀ ਦੀ ਬੂੰਦ ਹੈ ਉਹ ਅੰਮ੍ਰਿਤ ਵਰਗੀ ਬਰਸਦੀ ਹੈ। ਅੰਮ੍ਰਿਤ ਬੂੰਦ ਸੁਹਾਵਣੀ, ਜਦ ਅੰਮ੍ਰਿਤ ਬੂੰਦ ਵਰਗੀ ਬੱਦਲਾਂ ਤੋਂ ਵਰਖਾ ਦੀ ਬੂੰਦ ਪੈਂਦੀ ਹੈ ਨਾ, ਨਿਰਮਲ ਬੂੰਦ, ਤੇ ਫਿਰ ਇਹ ਧਰਤੀ ਜਿਹੜੀ ਹੈ ਸੁਹਾਵਣੀ ਸੋਹਣੀ ਬਣ ਜਾਂਦੀ ਹੈ। ਸ਼ਹਿਬਰ ਛਲਕ ਰੇਣ ਹੋਏ ਰੀਣੀ। ਤੇ ਸ਼ਹਿਬਰ ਛਲਕ ਕਹਿੰਦੇ ਨੇ ਇੱਕ ਰਸ, ਥਿਮਕ ਥਿਮਕ ਬੂੰਦੀ ਜੇ ਪਰਹੈਂ, ਤੇ ਅਵਨੀ ਆਪਣੇ ਮੈਂ ਤਰਹੈਂ। ਜਿਹੜਾ ਇੱਕ ਰਸ ਥੰਮ ਕੇ ਮੀਂਹ ਪੈਂਦਾ ਨਾ, ਅੰਮ੍ਰਿਤ ਵਰਗੀਆਂ ਬੂੰਦਾਂ ਆਕਾਸ਼ ਤੋਂ ਧਰਤੀ 'ਤੇ ਡਿੱਗਦੀਆਂ ਨੇ, ਉਹਦੇ ਨਾਲ ਫਿਰ ਇਹ ਜਿਹੜੀ ਧਰਤੀ ਹੈ ਨਾ, ਰੇਣ ਧਰਤੀ, ਇਹ ਰੀਣੀ ਤ੍ਰਿਪਤ ਹੁੰਦੀ ਹੈ, ਰੱਜਦੀ ਹੈ। ਆਕਾਸ਼ ਤੋਂ ਬੂੰਦਾਂ ਪੈਂਦੀਆਂ ਨੇ, ਉਹਨਾਂ ਬੂੰਦਾਂ ਨੂੰ ਆਪਣੇ ਵਿੱਚ ਸੋਖ ਲੈਂਦੀ ਹੈ, ਧਰਤੀ 'ਤੇ ਹਰਿਆਵਲਤਾ ਹੋ ਜਾਂਦੀ ਹੈ, ਬਹੁਤ ਸੋਹਣੀ ਲੱਗਦੀ ਹੈ। ਮਿਲਿਆ ਮਾਣ ਨਿਮਾਣੀਐ, ਪਿਰਮ ਪਿਆਲਾ ਪੀਏ ਪਤੀਣੀ। ਨਿਮਾਣੀ ਹੋ ਕੇ ਰਹਿੰਦੀ ਹੈ ਤਾਂ ਇਸ ਧਰਤੀ ਨੂੰ ਵੱਡਾ ਮਾਣ ਮਿਲਦਾ ਹੈ। ਮਿਲਿਆ ਮਾਣ ਨਿਮਾਣੀ ਹੈ, ਨਿਮਾਣੀ ਇਸ ਧਰਤੀ ਨੂੰ ਮਾਣ ਮਿਲਦਾ ਹੈ। ਕਦੋਂ? ਪਿਰਮ ਪਿਆਲਾ ਪੀਏ ਪਤੀਣੀ। ਜਦ ਪ੍ਰਮਾਤਮਾ ਦੇ ਭੇਜੇ ਹੋਏ ਪਿਰਮ ਪਿਆਲੇ ਮੀਂਹ ਦੇ ਨਾਲ ਇਹ ਹਰੀ ਭਰੀ ਹੋ ਕੇ ਪਤੀਜ ਜਾਂਦੀ ਹੈ, ਤ੍ਰਿਪਤ ਹੋ ਜਾਂਦੀ ਹੈ, ਇਸ ਨਿਮਾਣੀ ਧਰਤੀ ਨੂੰ ਬਹੁਤ ਮਾਣ ਮਿਲਦਾ ਹੈ। ਜੋ ਬੀਜੈ ਸੋਈ ਲੁਣੈ, ਸਭ ਰਸ ਕਸ ਬਹੁ ਰੰਗ ਰਸੀਣੀ। ਇਸ ਧਰਤੀ ਦੇ ਵਿੱਚ ਕੋਈ ਵੀ ਮਨੁੱਖ ਜੋ ਬੀਜ ਬੀਜਦਾ ਹੈ, ਉਹ ਫਸਲ ਹੁੰਦੀ ਹੈ, ਫਿਰ ਉਹਨੂੰ ਉਹ ਮਿਲ ਜਾਂਦਾ ਹੈ। ਜੋ ਬੀਜ ਹੈ, ਜੋ ਕੋਈ ਬੀਜ ਬੀਜਦਾ ਹੈ ਧਰਤੀ ਵਿੱਚ, ਉਹੀ ਲੁਣਾ ਉਹ ਵੱਢਦਾ ਹੈ। ਸਭ ਰਸ ਕਸ ਬਹੁ ਰੰਗ ਰੰਗੀਣੀ। ਸਾਰੇ ਰਸ ਕਸ ਇਸ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਹੈ। ਵੱਡੇ ਰਸਾਂ ਕਸਾਂ ਦੇ ਨਾਲ ਇਹ ਰੰਗੀ ਹੋਈ ਧਰਤੀ ਹੈ, ਸ਼ੋਭਾ ਪਾਉਣ ਵਾਲੀ ਹੈ, ਨੀਵੀਂ ਬਣ ਕੇ ਰਹਿੰਦੀ ਹੈ। ਅਨਾਜ ਇੱਥੇ ਪੈਦਾ ਹੁੰਦਾ ਹੈ, ਇੱਥੋਂ ਸੋਨਾ ਨਿਕਲਦਾ ਹੈ, ਖਾਨਾ ਹਨ, ਪਹਾੜ ਹਨ ਇਸ ਧਰਤੀ 'ਤੇ, ਉੱਥੇ ਪਾਰਸ ਦੀਆਂ ਵੱਟੀਆਂ ਨਿਕਲਦੀਆਂ ਨੇ, ਹੀਰੇ ਲੱਭਦੇ ਨੇ, ਬੜੇ ਖਜ਼ਾਨੇ ਨੇ, ਬਹੁਤ ਕੁਝ ਦਿੰਦੀ ਹੈ। ਸੋ ਇਹ ਧਰਤੀ ਜਿਹੜੀ ਹੈ ਨਾ, ਇਹਦੇ ਵਿੱਚੋਂ ਹੀ ਅਸੀਂ ਜਨਮ ਲੈਂਦੇ ਹਾਂ, ਇਹਦੇ ਵਿੱਚ ਹੀ ਫਿਰ ਮਿਲਣਾ ਪੈਂਦਾ ਹੈ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਭਾਈ ਗੁਰਦਾਸ ਨੇ ਅੱਗੇ ਚੱਲ ਕੇ ਜ਼ਿਕਰ ਕਰਨਾ ਹੈ ਕਿ ਧਰਤੀ ਇਹ ਆਪਣੇ ਵਿੱਚ ਥਾਂ ਦਿੰਦੀ ਹੈ। ਸੋ ਇਹ ਹੈ ਸਾਰਿਆਂ ਤੋਂ ਨੀਵੀਂ, ਪਰ ਇਹਦੇ ਵਿੱਚ ਗੁਣ ਬਹੁਤ ਨੇ।
ਨਿਮਾਣੀ ਨੂੰ ਮਾਣ ਮਿਲਦਾ ਹੈ। ਗੁਰਮੁਖ ਸੁਖ ਫਲ ਹੈ ਮਸਕੀਣੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਮਸਕੀਣੀ, ਉਹ ਗਰੀਬੀ ਵਿੱਚ ਨਿਮਰਤਾ ਦੇ ਵਿੱਚ ਰਹਿ ਕੇ ਸੁਖ ਫਲ ਨੂੰ ਪ੍ਰਾਪਤ ਕਰਦੇ ਹੈ। ਜਿਵੇਂ ਧਰਤੀ ਨੀਵੀਂ ਰਹਿ ਕੇ ਸਤਿਕਾਰ ਪਾਉਂਦੀ ਹੈ ਅਤੇ ਅਨੇਕਾਂ ਹੀ ਗੁਣਾਂ ਵਾਲੀ ਹੈ, ਇਸੇ ਤਰ੍ਹਾਂ ਜਿਹੜੇ ਨਿਮਰਤਾ ਨੂੰ ਧਾਰਨ ਕਰਕੇ ਰੱਖਦੇ ਹੈ, ਗਰੀਬੀ ਧਾਰਨ ਕਰਕੇ ਰੱਖਦੇ ਹੈ, ਗੁਰਮੁਖ ਪਿਆਰੇ ਹਨ, ਉਹ ਆਪਾ ਭਾਵ ਗਵਾ ਕੇ ਅਤੇ ਸਦਾ ਹੀ ਮਾਣ ਪ੍ਰਾਪਤ ਕਰਦੇ ਹੈ। ਧੀਰਜ, ਧਰਮ, ਸੰਤੋਖ, ਇਹਨਾਂ ਗੁਣਾਂ ਨੂੰ ਗੁਰਮੁਖ ਦ੍ਰਿੜ ਕਰਕੇ ਰੱਖਦੇ ਹੈ ਔਰ ਸਾਧੂ ਸਤਿਪੁਰਸ਼ਾਂ ਦੇ ਚਰਨਾਂ ਨੂੰ ਸਦਾ ਸਪਰਸ਼ਦੇ ਹੈ ਅਤੇ ਫਿਰ ਉਹ ਸਪਰਸ਼ਨ ਵਾਲੇ ਉਹਨਾਂ ਦੇ ਜੀਵਨ ਦੇ ਵਿੱਚ ਨਾਮ ਦੀ ਰੌਂ ਚੱਲ ਪੈਂਦੀ ਹੈ। ਸੋ ਜਿਵੇਂ ਧਰਤੀ ਨੀਵੀਂ ਹੋ ਕੇ ਵਡਿਆਈ ਪ੍ਰਾਪਤ ਕਰਦੀ ਹੈ ਨਾ, ਇਸੇ ਤਰ੍ਹਾਂ ਗੁਰਮੁਖ ਨੀਵੇਂ ਰਹਿ ਕੇ ਨਿਮਰਤਾ ਦੇ ਗੁਣ ਨੂੰ ਧਾਰ ਕਰਕੇ ਵਾਹਿਗੁਰੂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹੈ। ਹੁਣ ਤੀਜੀ ਪੌੜੀ ਵਿੱਚ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਮਾਨਸ ਦੇਹ ਸੋ ਖੇਹ ਹੈ, ਤਿਸ ਵਿੱਚ ਜੀਬੈ ਲਈ ਨਕੀਬੀ। ਇਹ ਜਿਹੜੀ ਮਨੁੱਖਾ ਦੇਹ ਹੈ, ਭਾਈ ਗੁਰਦਾਸ ਜੀ ਕਹਿੰਦੇ ਇਹ ਖੇਹ ਹੈ, ਇਹ ਮਿੱਟੀ ਹੈ, ਹੋਰ ਕੀ ਹੈ। ਆ ਜਿਹੜਾ ਸਰੀਰ ਹੈ ਇਹ ਮਿੱਟੀ ਹੈ। ਜਿਸ ਦਿਨ ਵਾਹਿਗੁਰੂ ਨੇ ਆਪਣੀ ਜੋਤ ਖਿੱਚ ਲਈ, ਇਹਦੇ ਵਿੱਚ ਕੁਛ ਕਰਨ ਦੀ ਸਮਰੱਥਾ ਨਹੀਂ ਰਹਿ ਜਾਣੀ। ਸੋ ਸਰੀਰ ਕੀ ਹੈ, ਇਹ ਮਨੁੱਖਾ ਦੀ ਦੇਹ ਕੀ ਹੈ, ਸੋ ਖੇਹ ਹੈ। ਇਹ ਪਰਮੇਸ਼ਰ ਦੀ ਸੱਤਾ ਤੋਂ ਬਿਨਾਂ ਖੇਹ ਹੈ, ਮਿੱਟੀ ਹੈ। ਤਿਸ ਵਿੱਚ ਜੀਬੈ ਲਈ ਨਕੀਬੀ। ਅਤੇ ਇਸ ਸਰੀਰ ਦੇ ਵਿੱਚ ਵੱਖ-ਵੱਖ ਜਿਹੜੇ ਇੰਦਰੇ ਨੇ, 5 ਗਿਆਨ ਇੰਦਰੇ, 5 ਕਰਮ ਇੰਦਰੇ, ਇਹਨਾਂ ਸਾਰਿਆਂ ਇੰਦਰੀਆਂ ਦੇ ਵਿੱਚੋਂ ਜਿਹੜੇ ਕਰਮ ਇੰਦਰੀਆਂ ਵਿੱਚ ਆਉਂਦੇ ਨੇ ਨਾ ਪੈਰ, ਉਹ ਸਾਰਿਆਂ ਤੋਂ ਨੀਵੇਂ ਨੇ। ਸਰੀਰ ਦੇ ਜਿੰਨੇ ਅੰਗ ਨੇ, ਜਿੰਨੇ ਇੰਦਰੇ ਨੇ, ਪੈਰ ਸਾਰਿਆਂ ਤੋਂ ਨੀਵੇਂ ਹੈ। ਮਾਨਸ ਦੇਹ ਸੋ ਖੇਹ ਹੈ, ਤਿਸ ਵਿੱਚ ਜੀਬੈ ਲਈ ਨਕੀਬੀ। ਨਕੀਬੀ ਕਹਿੰਦੇ ਨੇ ਉਹ ਸੇਵਾਦਾਰ ਜੋ ਅੰਦਰ ਦੀ ਗੱਲ ਬਾਹਰ ਆ ਕੇ ਦੱਸੇ। ਨਕੀਬ ਉਹਨੂੰ ਕਹਿੰਦੇ, ਨਕੀਬੀ। ਇਸ ਸਰੀਰ ਦੇ ਵਿੱਚ ਜਿਹੜੀ ਜ਼ੁਬਾਨ ਹੈ ਨਾ, ਇਹ ਨਕੀਬ ਬਣੀ ਹੋਈ ਹੈ। ਸਾਡੇ ਜਿਹੜੇ ਅੰਦਰ ਦੀ ਗੱਲ ਹੈ ਨਾ, ਇਹ ਜ਼ੁਬਾਨ ਬਾਹਰ ਪ੍ਰਗਟ ਕਰਦੀ ਹੈ। ਅਸੀਂ ਅੰਦਰ ਦੀ ਗੱਲ ਜ਼ੁਬਾਨ ਰਾਹੀਂ ਹੀ ਬਾਹਰ ਦੱਸਦੇ ਹਾਂ, ਜ਼ੁਬਾਨ ਰਾਹੀਂ ਹੀ ਬੋਲਦੇ ਹਾਂ। ਸੋ ਸਰੀਰ ਦਾ ਕੋਈ ਵੀ ਇੰਦਰਾ ਜਿਹੜਾ ਉਹ ਸੁਤੰਤਰ ਨਹੀਂ ਹੈ। ਸਰੀਰ ਨੂੰ ਆਸਰਾ ਹੈ ਇਹਨਾਂ ਇੰਦਰੀਆਂ ਦਾ, ਇੰਦਰੀਆਂ ਨੂੰ ਪਰਮਾਤਮਾ ਦੀ ਸੱਤਾ ਦਾ। ਸੋ ਵਾਹਿਗੁਰੂ ਪਰਮਾਤਮਾ ਦੀ ਬਖਸ਼ੀ ਹੋਈ ਸੱਤਾ ਦੇ ਨਾਲ ਇਹ ਜਿਹੜੀ ਜੀਭ ਹੈ, ਇਹਨੇ ਸਾਡੇ ਸਰੀਰ ਦੇ ਵਿੱਚ ਨਕੀਬੀ ਦਾ ਕੰਮ ਹੈ ਉਹ ਸੰਭਾਲਿਆ ਹੋਇਆ ਹੈ। ਇਹ ਬੋਲ ਕੇ ਅੰਦਰ ਦੀ ਗੱਲ ਨੂੰ ਬਾਹਰ ਦੱਸਦੀ ਹੈ। ਅੱਖੀਂ ਦੇਖਣ ਰੂਪ ਰੰਗ, ਰਾਗ ਨਾਦ ਕੰਨ ਸੁਣ ਕਰ ਰਕੀਬੀ। ਅੱਖਾਂ ਕੀ ਕਰਦੀਆਂ ਨੇ? ਅੱਖਾਂ ਰੂਪ ਰੰਗ ਵੇਖਦੀਆਂ ਨੇ। ਰਾਗ ਨਾਦ ਕੰਨ ਸੁਣ ਕਰ ਰਕੀਬੀ। ਰਾਗਾਂ ਦੀ ਨਾਦ ਆਵਾਜ਼ ਨੂੰ ਇਹ ਕੰਨ ਸੁਣ ਕੇ ਰਕੀਬੀ ਪਹਿਚਾਣ ਕਰਦੇ ਨੇ। ਇਹ ਜਿਹੜੇ ਕੰਨ ਨੇ ਇਹ ਸ਼ਬਦ ਦੀ ਪਹਿਚਾਣ ਕਰਾਉਂਦੇ ਸਾਨੂੰ। ਕਿਹੜਾ ਸ਼ਬਦ ਬੋਲਿਆ ਗਿਆ, ਸ਼ੁਭ ਬਚਨ ਬੋਲਿਆ ਜਾਂ ਕੌੜਾ ਬੋਲ ਬੋਲਿਆ, ਉਹ ਕੰਨਾਂ ਰਾਹੀਂ ਸੁਣ ਕੇ ਹੀ ਸਾਨੂੰ ਸੋਝੀ ਮਿਲਦੀ ਹੈ। ਸੋ ਜਿਹੜੇ ਕੰਨ ਨੇ ਇਹ ਰਾਗ ਨਾਦ ਆਵਾਜ਼ ਨੂੰ ਸੁਣਾਉਣ ਵਾਲੇ ਜੰਤਰ ਦਾ ਕੰਮ ਕਰਦੇ ਹੈ ਸਰੀਰ ਦੇ ਵਿੱਚ। ਨੱਕ ਸੁਵਾਸ ਨਿਵਾਸ ਹੈ, ਪੰਜੇ ਦੂਤ ਬੁਰੀ ਤਰਤੀਬੀ। ਨੱਕ ਜਿਹੜਾ ਹੈ ਇਹ ਸੁਗੰਧੀ ਦੇ ਵਿੱਚ ਧਿਆਨ ਰੱਖਦਾ ਹੈ। ਨੱਕ ਨੂੰ ਸੁਗੰਧੀ ਦੁਰਗੰਧੀ ਜੋ ਵੀ ਹੋਵੇ ਉਹ ਦੱਸ ਦਿੰਦਾ ਹੈ, ਇਹ ਖੁਸ਼ਬੂ ਹੈ ਜਾਂ ਦੁਰਗੰਧੀ ਹੈ। ਸੋ ਇਹ ਨੱਕ ਦਾ ਕੰਮ ਹੈ ਸਰੀਰ ਦੇ ਵਿੱਚ। ਨੱਕ ਸੁਵਾਸ ਨਿਵਾਸ ਹੈ। ਨੱਕ ਦਾ
ਸੁਗੰਧੀ ਦੇ ਵਿੱਚ ਵਾਸਾ ਹੈ। ਪੰਜੇ ਦੂਤ ਬੁਰੀ ਤਰਤੀਬੀ, ਤੇ ਪੰਜੇ ਦੂਤ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਬਹੁਤ ਬੁਰੀ ਸੋਭਤ ਦੀਆਂ ਤਦਬੀਰਾਂ ਦੱਸਣ ਵਾਲੇ ਹੈ। ਭੈੜੇ ਸਲਾਹਕਾਰ ਨੇ, ਭਾਵ ਇਹ ਹੈ ਵੀ ਜਿਹੜੇ ਕੰਨ ਨੇ ਇਹ ਮਿੱਠੀ ਆਵਾਜ਼, ਸਰੀਰ ਜਿਹੜਾ ਸਾਡੀ ਚਮੜੀ ਹੈ ਇਹ ਸਪਰਸ਼ਤਾ ਨੂੰ ਜਦੋਂ ਕੋਈ ਸਾਨੂੰ ਟੱਚ ਕਰਦਾ ਹੈ, ਅੱਖਾਂ ਰੂਪ ਨੂੰ, ਜ਼ੁਬਾਨ ਜਿਹੜੀ ਹੈ ਰਸ ਨੂੰ, ਅਤੇ ਨੱਕ ਜਿਹੜਾ ਸੁਗੰਧੀ ਨੂੰ, ਇਹ ਸਦਾ ਲੋਚਦੇ ਰਹਿੰਦੇ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ, ਜਿਹੜੇ ਇੰਦਰੇ ਨੇ ਨਾ, ਇਹਨਾਂ ਨੂੰ ਸਦਾ ਹੀ ਲੋਚਦੇ ਰਹਿੰਦੇ ਹੈ, ਸਦਾ ਹੀ ਚਾਹੁੰਦੇ ਰਹਿੰਦੇ ਹੈ। ਸਬਦੂ ਨੀਵੇਂ ਚਰਨ ਹੋਏ, ਆਪ ਗਵਾਏ ਨਸੀਬ ਨਸੀਬੀ। ਸਰੀਰ ਦੇ ਜਿੰਨੇ ਇੰਦਰੇ ਨੇ ਇਹ ਆਪੋ ਆਪਣੇ ਵਿਸ਼ਿਆਂ ਨੂੰ ਗ੍ਰਹਿਣ ਕਰਨਾ ਲੋਚਦੇ ਰਹਿੰਦੇ ਹੈ, ਉਸ ਤਰੀਕੇ ਨੂੰ ਅਪਣਾਉਂਦੇ ਰਹਿੰਦੇ ਹੈ। ਅੱਖਾਂ ਰੂਪ ਨੂੰ ਤੱਕਦੀਆਂ ਨੇ, ਕੰਨ ਸ਼ਬਦ ਸੁਣਦੇ ਹੈ, ਜ਼ੁਬਾਨ ਰਸ ਲੈਂਦੀ ਹੈ, ਨੱਕ ਸੁਗੰਧੀ ਲੈਂਦਾ ਹੈ, ਇਹ ਜਿਹੜੀ ਚਮੜੀ ਹੈ ਇਹ ਸਪਰਸ਼ਤਾ ਨੂੰ ਲੋਚਦੀ ਹੈ। ਸੋ ਇਸ ਤਰ੍ਹਾਂ ਜਿੰਨੇ ਇੰਦਰੇ ਜਿਹੜੇ ਇਹਨਾਂ ਦੇ ਵਿਸ਼ੇ ਨੇ ਉਹਨਾਂ ਨੂੰ ਗ੍ਰਹਿਣ ਕਰਨਾ ਚਾਹੁੰਦੇ ਰਹਿੰਦੇ ਸਦਾ ਹੀ। ਪਰ ਇਹਨਾਂ ਸਾਰਿਆਂ ਇੰਦਰੀਆਂ ਦੇ ਵਿੱਚੋਂ ਜਿਹੜੇ ਪੈਰ ਹਨ ਉਹ ਸਭ ਤੋਂ ਨੀਵੇਂ ਨੇ। ਸਭ ਤੋਂ ਨੀਵੇਂ ਚਰਨ ਹੋਏ, ਚਰਨ ਸਾਰਿਆਂ ਤੋਂ ਨੀਵੇਂ ਹੁੰਦੇ ਹੈ। ਆਪ ਗਵਾਏ ਨਸੀਬ ਨਸੀਬੀ, ਤੇ ਆਪਾ ਭਾਵ ਗਵਾ ਕਰਕੇ ਇਹ ਉੱਚੇ ਅਤੇ ਵੱਡੇ ਭਾਗਾਂ ਵਾਲੇ ਹਨ, ਕਿਉਂਕਿ ਇਹ ਨੀਵੇਂ ਨੇ ਸਾਰਿਆਂ ਤੋਂ। ਇਹਨਾਂ ਚਰਨਾਂ ਦੇ ਨਾਲ ਹੀ ਚੱਲ ਕੇ ਮਨੁੱਖ ਸਤ ਸੰਗਤ ਵਿੱਚ ਜਾਂਦਾ ਹੈ। ਸਤ ਸੰਗਤ ਵਿੱਚ ਪਹੁੰਚ ਕੇ ਗੁਰੂ ਦੀ ਬਾਣੀ, ਗੁਰੂ ਦਾ ਜਸ ਸੁਣਦਾ ਹੈ। ਹੈਨ ਸਾਰਿਆਂ ਤੋਂ ਨੀਵੇਂ ਇਹ ਚਰਨ, ਪਰ ਇਹ ਚਰਨ ਹੀ ਚੱਲ ਕੇ ਸਤ ਸੰਗਤ ਵਿੱਚ ਜਾ ਕੇ ਨਸੀਬ ਨਸੀਬੀ, ਇਹ ਵੱਡਿਆਂ ਭਾਗਾਂ ਵਾਲੇ ਬਣਦੇ ਹੈ। ਹਉ ਮੈਂ ਰੋਗ ਮਿਟਾਏ ਦਾ, ਸਤਿਗੁਰ ਪੂਰਾ ਕਰੈ ਤਬੀਬੀ। ਪਰ ਭਾਗਾਂ ਵਾਲੇ ਵੀ ਉਹਨਾਂ ਨੂੰ ਹੀ ਤਦੋਂ ਮੰਨਿਆ ਜਾਵੇਗਾ ਜਿਹੜੇ ਇਹਨਾਂ ਚਰਨਾਂ ਦੇ ਨਾਲ ਚੱਲ ਕੇ ਸਤਿਗੁਰੂ ਦੇ ਦਰ 'ਤੇ, ਸਤਿਗੁਰੂ ਦੀ ਸ਼ਰਨ ਵਿੱਚ ਜਾਣਗੇ। ਅਤੇ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਨਾ ਜਗਿਆਸੂ, ਇਹਨਾਂ ਚਰਨਾਂ ਦੇ ਨਾਲ ਚੱਲ ਕੇ, ਸਤਿਗੁਰ ਪੂਰਾ ਕਰੈ ਤਬੀਬੀ, ਫਿਰ ਪੂਰੇ ਸਤਿਗੁਰੂ ਜੀ ਹਕੀਮੀ ਕਰਦੇ ਹੈ। ਨਾਮ ਦੀ ਦਵਾਈ ਦੇ ਕੇ ਹਉਮੈ ਦੇ ਰੋਗ ਨੂੰ ਮਿਟਾ ਦਿੰਦੇ ਹੈ। ਹਉਮੈ ਰੋਗ ਮਿਟਾਏ ਦਾ, ਜਦੋਂ ਚਰਨਾਂ ਰਾਹੀਂ ਚੱਲ ਕੇ ਸਿੱਖ ਗੁਰੂ ਦੇ ਦਰ 'ਤੇ ਆ ਜਾਂਦਾ, ਫਿਰ ਗੁਰੂ ਉਹਦੇ ਹਉਮੈ ਨੂੰ, ਰੋਗ ਨੂੰ ਮੇਟ ਦਿੰਦਾ ਹੈ। ਹਉਮੈ ਦਾ ਰੋਗ ਦੂਰ ਹੁੰਦਾ, ਕਿਉਂਕਿ ਸਭ ਤੋਂ ਵੱਡਾ ਹਉਮੈ ਦਾ ਰੋਗ ਬੰਦੇ ਕੋਲ ਹੈ। ਹਉਮੈ ਰੋਗ ਮਾਨੁਖ ਕੋ ਦੀਨਾ। ਸੋ ਗੁਰੂ ਇਸ ਦੇ ਹਉਮੈ ਦੇ ਰੋਗ ਨੂੰ ਮੇਟ ਦਿੰਦਾ। ਇਸ ਤਰ੍ਹਾਂ ਦੀ ਗੁਰੂ ਹਕੀਮੀ ਕਰਦਾ ਹੈ। ਪੈਰੀ ਪੈ ਰਹਿ ਰਾਸ ਕਰ, ਗੁਰ ਸਿੱਖ ਸੁਣ ਗੁਰ ਸਿੱਖ ਮਨੀਬੀ। ਪੈਰੀ ਪੈ ਰਹਿਰਾਸ ਕਰ, ਜਿਹੜਾ ਗੁਰਸਿੱਖ ਹੈ ਉਹ ਗੁਰੂ ਚਰਨਾਂ 'ਤੇ ਪੈਣ ਦੀ ਰਹਿਰਾਸ ਰਹੋ ਰੀਤੀ ਨੂੰ ਧਾਰਨ ਕਰਦਾ ਹੈ, ਅਤੇ ਗੁਰੂ ਚਰਨਾਂ 'ਤੇ ਪੈ ਕੇ ਗੁਰ ਸਿੱਖ ਸੁਣ ਗੁਰ ਸਿੱਖ ਮਨੀਬੀ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੁਰੂ ਕਾ ਸਿੱਖ ਮੰਨਦਾ ਹੈ। ਚਰਨਾਂ ਦੇ ਨਾਲ ਚੱਲ ਕੇ ਸਤ ਸੰਗਤ ਵਿੱਚ ਆਇਆ, ਗੁਰੂ ਚਰਨਾਂ ਦੇ ਉੱਤੇ ਨਮਸਕਾਰ ਕਰਨ ਦੀ ਰਹੁ ਰੀਤੀ ਮਰਿਆਦਾ ਨੂੰ ਧਾਰਨ ਕਰਕੇ ਫਿਰ ਗੁਰੂ ਦੀ ਸਿੱਖਿਆ ਸੁਣਦਾ ਹੈ, ਅਤੇ ਸਿੱਖਿਆ ਸੁਣ ਕੇ ਉਹਨੂੰ ਮਨੀਬੀ ਦਾ ਅਰਥ ਮੰਨਦਾ ਹੈ। ਮੁਰਦਾ ਹੋਏ ਮੁਰੀਦ ਗਰੀਬੀ। ਸੋ ਇਸ ਤਰ੍ਹਾਂ ਗੁਰਸਿੱਖ ਨਿਮਰਤਾ ਨੂੰ ਧਾਰ ਕੇ ਮੁਰਦਾ ਹੋ ਕੇ ਗੁਰੂ ਦਾ ਮੁਰੀਦ ਚੇਲਾ ਸਿੱਖ ਬਣ ਜਾਂਦਾ ਹੈ। ਪੈਰਾਂ ਦੇ ਨੀਵੇਂ ਹੋਣ ਤੋਂ ਭਾਈ ਗੁਰਦਾਸ ਜੀ ਨੇ ਇਸ ਪੌੜੀ ਵਿੱਚ ਸਾਨੂੰ ਸਮਝਾਇਆ ਹੈ ਕਿ ਜਿਵੇਂ ਪੈਰ ਨੀਵੇਂ ਨੇ ਪਰ ਮਾਣ ਸਤਿਕਾਰ ਵਡਿਆਈ ਪਾਉਂਦੇ ਹੈ, ਸਤ ਸੰਗਤ ਵਿੱਚ ਚੱਲ ਕੇ ਜਾਂਦੇ ਹੈ,
ਉੱਥੇ ਫਿਰ ਸਿੱਖ ਨੂੰ ਉਪਦੇਸ਼ ਮਿਲਦਾ ਹੈ, ਉਹਨੂੰ ਕਮਾ ਕੇ ਆਪਣਾ ਜੀਵਨ ਸਫਲ ਕਰਦਾ ਹੈ। ਇਸੇ ਤਰ੍ਹਾਂ ਨਿਮਰਤਾ ਦੇ ਗੁਣ ਨੂੰ ਧਾਰ ਕੇ ਸਿੱਖ ਜਿਹੜਾ ਹੈ ਨਾ, ਉਹ ਮੁਰਦੇ ਤੁੱਲ ਹੁੰਦਾ ਹੈ। ਸੰਕਲਪ ਵਿਕਲਪ ਰੂਪ ਕੋਈ ਅੰਗ ਨਹੀਂ ਹਿੱਲਦਾ, ਅਤੇ ਗੁਰੂ ਚਰਨਾਂ 'ਤੇ ਡਿੱਗ ਕੇ ਉਪਦੇਸ਼ ਲੈ ਕਰਕੇ ਗਰੀਬੀ ਵਿੱਚ ਨਿਮਰਤਾ ਦੇ ਵਿੱਚ ਰਹਿ ਕਰਕੇ ਉਹ ਗੁਰੂ ਦਾ ਮੁਰੀਦ ਬਣ ਜਾਂਦਾ, ਚੇਲਾ ਬਣ ਜਾਂਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਨਿਮਰਤਾ ਦਾ ਗੁਣ ਧਾਰਨ ਕਰਨ ਦਾ ਉਪਦੇਸ਼ ਬਖਸ਼ ਰਹੇ ਨੇ। ਨੀਵੇਂ ਹੋ ਕੇ ਹੀ ਮਾਣ ਸਤਿਕਾਰ ਵਡਿਆਈ ਪ੍ਰਾਪਤ ਕੀਤੀ ਜਾਂਦੀ ਹੈ। ਸੋ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਅਨੇਕਾਂ ਵਾਰ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੈ ਵੇਕਾਰੀ, ਗੁਰ ਪੂਰੈ ਇਹ ਗੱਲ ਸਾਰੀ। ਨਿਮਰਤਾ ਗਰੀਬੀ ਨੂੰ ਧਾਰਨ ਦਾ ਉਪਦੇਸ਼ ਦਿੱਤਾ ਹੈ। ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਅਸੀਂ ਗੁਰੂ ਸਾਹਿਬਾਨ ਦੀ ਬਾਣੀ ਪੜ੍ਹਦੇ ਹਾਂ, ਪਟ ਸਾਹਿਬਾਨ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਪੜ੍ਹਦੇ ਹਾਂ, ਉੱਥੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤੀ ਹੈ। ਇਹਨਾਂ 15 ਭਗਤਾਂ ਦੇ ਵਿੱਚੋਂ ਇੱਕ ਭਗਤ ਜੀ, ਉਹਨਾਂ ਦਾ ਨਾਮ ਹੈ ਭਗਤ ਰਵਿਦਾਸ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਦੇ 16 ਰਾਗਾਂ ਦੇ ਵਿੱਚ 40 ਸ਼ਬਦ ਦਰਜ ਹਨ। ਭਗਤ ਰਵਿਦਾਸ ਜੀ ਬਨਾਰਸ ਦੇ ਨੇੜੇ ਗੋਵਰਧਨਪੁਰ ਦੇ ਵਿੱਚ ਆਪ ਦਾ ਜਨਮ ਹੋਇਆ। ਸੰਸਾਰ ਦੇ ਵਿੱਚ ਜੋ ਵਰਣ ਵੰਡ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ 'ਤੇ ਪਈ, ਚਮਾਰ ਜਾਤ ਦੇ ਵਿੱਚ ਜਨਮ ਲਿਆ, ਜੋ ਅਖੌਤੀ ਚਮਾਰ ਜਾਤ ਹੈ। ਉੱਚ ਜਾਤੀ ਦੇ ਹੰਕਾਰੀ ਬ੍ਰਾਹਮਣ ਲੋਕ ਉਹ ਭਗਤ ਜੀ ਦੇ ਨਾਲ ਬਹੁਤ ਜ਼ਿਆਦਾ ਈਰਖਾ ਕਰਦੇ ਸੀ। ਆਪ ਸਾਰੇ ਜਾਣਦੇ ਹੋ, ਬ੍ਰਾਹਮਣ ਲੋਕਾਂ ਨੇ ਜਿਵੇਂ ਭਗਤ ਕਬੀਰ ਜੀ ਦੇ ਨਾਲ ਈਰਖਾ ਕੀਤੀ, ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੇ ਨਾਲ ਵੀ ਬਹੁਤ ਈਰਖਾ ਕੀਤੀ। ਸਦਾ ਆਪ ਪ੍ਰੇਮਾ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ, ਪਰਮੇਸ਼ਰ ਦਾ ਨਾਮ ਜਪਦੇ ਸੀ, ਹੋਰਾਂ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਕਰਦੇ। ਹੰਕਾਰੀ ਬ੍ਰਾਹਮਣ ਲੋਕਾਂ ਨੂੰ ਇਹ ਗੱਲ ਪ੍ਰਵਾਨ ਨਹੀਂ ਸੀ ਵੀ ਇੱਕ ਚਮਾਰ ਕਿਉਂ ਲੋਕਾਂ ਨੂੰ ਉਪਦੇਸ਼ ਦੇਵੇ। ਅਸੀਂ ਹੁੰਨੇ, ਅਸੀਂ ਸਿੱਖਿਆ ਦੇ ਸਕਦੇ, ਹੋਰ ਕੋਈ ਦੂਜਾ ਨਹੀਂ ਸਿਖਾ ਸਕਦਾ। ਭਗਤ ਰਵਿਦਾਸ ਜੀ ਦੀ ਮਹਿਮਾ ਵਡਿਆਈ ਰੱਬੀ ਗੁਣਾਂ ਨੂੰ ਧਾਰਨ ਕਰਕੇ, ਵਾਹਿਗੁਰੂ ਦੀ ਬੰਦਗੀ ਕਰਕੇ ਦੂਰ ਦੂਰ ਤੱਕ ਫੈਲੀ। ਇੱਥੋਂ ਤੱਕ ਚਿਤੌੜ ਦੀ ਜਿਹੜੀ ਰਾਣੀ ਸੀ ਉਹ ਵੀ ਆਪ ਦੀ ਸ਼ਰਧਾਲੂ ਬਣੀ। ਹੋਰ ਅਨੇਕਾਂ ਐਸੇ ਜਗਿਆਸੂ ਜਿਨ੍ਹਾਂ ਨੇ ਆਪ ਜੀ ਤੋਂ ਸਿੱਖਿਆ ਉਪਦੇਸ਼ ਲੈ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਿਦਾਸ ਜੀ ਦੀ ਦਰਜ ਬਾਣੀ ਨੂੰ ਜਦੋਂ ਅਸੀਂ ਵਿਚਾਰਦੇ ਹਾਂ, ਉਹਨਾਂ ਦਾ ਜੀਵਨ ਮੋਹ ਮਾਇਆ ਮਮਤਾ ਤੋਂ ਬਿਲਕੁਲ ਨਿਰਲੇਪ ਸੀ। ਇੱਕ ਵਾਰ ਇੱਕ ਸਾਧੂ ਨੇ ਪਾਰਸ ਦੀ ਵੱਟੀ ਦਿੱਤੀ, ਆਪ ਨੇ ਉਸ ਨੂੰ ਆਪਣੀ ਛੰਨ ਦੇ ਵਿੱਚ ਰੱਖ ਦਿੱਤਾ, ਕਾਨਿਆਂ ਦੀ ਛੰਨ ਵਿੱਚ। ਸਮਾਂ ਲੰਘਿਆ, ਸਾਧੂ ਨੇ ਸੋਚਿਆ ਧਨ ਦੌਲਤ ਬਹੁਤ ਕੁਝ ਹੋਇਆ ਹੋਵੇਗਾ, ਪ੍ਰਾਪਤ ਹੋ ਗਿਆ ਹੋਵੇਗਾ। ਜਦ ਮੁੜ ਆਏ, ਕੀ ਤੱਕਦੇ ਨੇ, ਬਸ ਉਸ ਹੀ ਹਾਲ ਦੇ ਵਿੱਚ ਬੈਠੇ ਹੋਏ ਰੱਬ ਦੀ ਬੰਦਗੀ ਕਰਦੇ ਨੇ। ਪੁੱਛਿਆ, ਮੈਂ ਪਾਰਸ ਦੀ ਵੱਟੀ ਦਿੱਤੀ ਸੀ, ਉਹਦੇ ਤੋਂ ਲਾਭ ਲੈਣਾ ਸੀ। ਕਹਿੰਦੇ ਆ ਉਹ ਕਾਨਿਆਂ ਦੇ ਵਿੱਚ ਪਈ ਹੈ, ਛੰਨ ਵਿੱਚ, ਲੈ ਜਾ ਆਪਣੀ। ਐਸੀ ਨਿਰਲੇਪਤਾ ਸੀ ਆਪ ਦੇ ਜੀਵਨ ਦੇ ਵਿੱਚ। ਸੰਸਾਰ ਦੇ ਲੋਕ ਮੋਹ ਦੇ ਵਿੱਚ ਪੈ ਕਰਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਕਰਦੇ। ਭਗਤ ਰਵਿਦਾਸ ਜੀ ਕਹਿੰਦੇ ਮੇਰੀ ਪ੍ਰੀਤ ਹੈ ਪਰਮੇਸ਼ਰ ਦੇ ਨਾਲ। ਅਸੀਂ ਭਗਤ ਰਵਿਦਾਸ ਦਾ ਇਹ ਸ਼ਬਦ ਬਾਣੀ ਵਿੱਚ ਪੜ੍ਹਦੇ ਹਾਂ, ਜਾਓ ਤੁਮ ਗਿਰਵਰ ਤੋ ਹਮ ਮੋਰਾ, ਜਾਓ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਹੇ ਪ੍ਰਭੂ,
ਜੇਕਰ ਤੂੰ ਪਹਾੜ ਹੈ ਤਾਂ ਫਿਰ ਮੈਂ ਮੋਰ ਬਣ ਕੇ ਆਵਾਂਗਾ, ਪਹਿਲਾਂ ਪਾਵਾਂਗਾ, ਤੇਰੇ ਦੀਦਾਰ ਕਰਕੇ ਮੈਂ ਖੁਸ਼ ਹੋਵਾਂਗਾ, ਪ੍ਰਸੰਨ ਹੋਵਾਂਗਾ। ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ, ਜੇ ਤੂੰ ਸੋਹਣਾ ਚੰਦ ਬਣ ਜਾਏ ਤੇ ਮੈਂ ਚਕੋਰ ਬਣ ਕੇ ਤੱਕਦੀ ਰਹਾਂਗੀ, ਤੇਰੇ ਦੀਦਾਰ ਕਰਦੀ ਰਹਾਂਗੀ। ਮਾਧਵੇ ਤੁਮਨ ਤੋ ਰਹੋ ਤੋ ਹਮ ਨਹੀਂ ਤੋ ਰਹਿ, ਤੁਮ ਸਿਉ ਤੋਰ ਕਵਨ ਸਿਉ ਜੋ ਰਹਿ ਰਹਾਓ। ਐ ਮਾਇਆ ਦੇ ਪਤੀ ਪਰਮੇਸ਼ਰ ਜੀ, ਤੂੰ ਭਾਵੇਂ ਮੇਰੇ ਨਾਲੋਂ ਪ੍ਰੀਤ ਤੋੜ ਲਵੇਂ, ਪਰ ਮੈਂ ਤੇਰੇ ਨਾਲੋਂ ਕਦੇ ਆਪਣੀ ਪ੍ਰੀਤ ਨਹੀਂ ਤੋੜਾਂਗਾ। ਤੁਮ ਸਿਉ ਤੋਰ ਕਵਨ ਸਿਉ ਜੋ ਰਹਿ, ਤੇਰੇ ਨਾਲੋਂ ਪ੍ਰੀਤ ਤੋੜ ਕੇ ਫਿਰ ਕਿਹਦੇ ਨਾਲ ਜੋੜਨੀ ਹੈ। ਇੱਥੇ ਤਾਂ ਸਾਰੇ ਦੁੱਖਾਂ ਦੀਆਂ ਪੰਡਾਂ ਸਾਰਿਆਂ ਕੋਲ ਨੇ। ਸੁਖ ਸਰੂਪ ਤੂੰ ਹੈ, ਤੇਰੇ ਨਾਲੋਂ ਪ੍ਰੀਤ ਤੋੜ ਕੇ ਹੋਰ ਕੋਈ ਦੂਜਾ ਹੈ ਹੀ ਨਹੀਂ ਜਿਹਦੇ ਨਾਲ ਪ੍ਰੀਤ ਮੁਹੱਬਤ ਕੀਤੀ ਜਾਵੇ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਪਰਮਾਤਮਾ ਜੀ, ਜੇ ਤੂੰ ਦੀਵਾ ਬਣ ਜਾਏ ਤੇ ਮੈਂ ਉਸ ਦੀਵੇ ਵਿੱਚ ਪੈ ਕੇ ਜਗਣ ਵਾਲੀ ਸੜਨ ਵਾਲੀ ਵੱਟੀ ਬਣ ਜਾਵਾਂਗਾ, ਜਿਹੜੀ ਬੱਤੀ ਦੀਵੇ ਵਿੱਚ ਪਾਈ ਜਾਂਦੀ ਹੈ। ਮੈਂ ਤੇਰੇ ਤੋਂ ਕੁਰਬਾਨ ਹੋ ਜਾਵਾਂਗਾ, ਤੇਰੇ ਤੋਂ ਆਪਾ ਵਾਰ ਦੇਵਾਂਗਾ, ਬਲਿਹਾਰ ਹੋ ਜਾਵਾਂਗਾ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਜੇ ਤੂੰ ਤੀਰਥ ਬਣ ਜਾਵੇਂ ਤੇ ਮੈਂ ਯਾਤਰੀ ਬਣ ਜਾਵਾਂਗਾ, ਯਾਤਰੂ ਬਣ ਕੇ ਆਵਾਂਗਾ। ਮੈਂ ਤੀਰਥ 'ਤੇ ਹੀ ਵਸ ਜਾਣਾ, ਤੇਰੇ ਕੋਲ ਹੀ ਰਹਿ ਪੈਣਾ ਉੱਥੇ ਹੀ। ਤੇਰੇ ਦੀਦਾਰ ਮੇਰੇ ਅੰਦਰ ਨੂੰ ਸਕੂਨ ਦਿੰਦੇ ਹੈ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਤੇਰੇ ਨਾਲ ਸੱਚੀ ਪ੍ਰੀਤ ਜੋੜੀ ਹੈ, ਹੋਰਾਂ ਦੁਨੀਆ ਦੇ ਨਾਲੋਂ ਤੋੜ ਲਈ। ਦੁਨੀਆਦਾਰੀ ਦੇ ਨਾਲ ਨਹੀਂ ਮਤਲਬ ਮੈਨੂੰ। ਸੰਸਾਰ ਦੇ ਲੋਕ ਸਰੀਰਾਂ ਦੇ ਮੋਹ ਵਿੱਚ ਪੈਂਦੇ ਹੈ, ਪਰ ਮੇਰੀ ਮੁਹੱਬਤ ਤੇਰੇ ਨਾਲ ਹੈ। ਤੁਮਰੇ ਭਜਨ ਕਟਹਿ ਜਮ ਫਾਸਾ, ਜਹ ਜਹ ਜਾਉ ਤਹਾਂ ਤੇਰੀ ਸੇਵਾ, ਤੁਮ ਸਿਉ ਠਾਕੁਰ ਔਰ ਨਾ ਦੇਵਾ। ਮੈਂ ਜਿੱਥੇ ਜਿੱਥੇ ਵੀ ਜਾਂਦਾ ਹਾਂ ਜਾਂ ਜਾਵਾਂਗਾ, ਉੱਥੇ ਮੈਂ ਤੇਰਾ ਹੀ ਸਿਮਰਨ ਕਰਨਾ ਹੈ, ਹੋਰਾਂ ਨੂੰ ਵੀ ਤੇਰਾ ਸਿਮਰਨ ਕਰਾਉਣਾ ਹੈ। ਤੁਮ ਸਿਉ ਠਾਕੁਰ ਔਰ ਨਾ ਦੇਵਾ, ਤੇਰੇ ਵਰਗਾ ਮਾਲਕ ਕੋਈ ਹੋਰ ਨਹੀਂ ਹੈ। ਤੁਮਰੇ ਭਜਨ ਕਟਹਿ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਤੇਰਾ ਭਜਨ ਕਰਨ ਦੇ ਨਾਲ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਨੇ। ਭਗਤੀ ਪਿਆਰ ਮੁਹੱਬਤ ਕਰਦਾ ਹੋਇਆ ਮੈਂ ਸਦਾ ਤੈਨੂੰ ਚੇਤੇ ਕਰਦਾ ਹਾਂ। ਭਗਤ ਹੇਤ, ਭਗਤੀ ਕਰਦਾ ਹੇਤ ਪਿਆਰ ਦੇ ਨਾਲ ਤੈਨੂੰ ਗਾਉਂਦਾ ਰਹਿੰਦਾ ਹਾਂ। ਸੋ ਵਾਹਿਗੁਰੂ ਦੇ ਨਾਲ ਅਤ ਦੀ ਪ੍ਰੀਤ ਪਾਈ ਭਗਤ ਰਵਿਦਾਸ ਜੀ ਨੇ। ਤੇ ਫਿਰ ਜਿਵੇਂ ਲੋਕ ਸਰੀਰਾਂ ਦੇ ਮੋਹ ਵਿੱਚ ਪੈ ਕੇ ਵਾਹਿਗੁਰੂ ਦੇ ਚਰਨਾਂ ਤੋਂ ਦੂਰ ਰਹਿੰਦੇ ਨੇ ਨਾ, ਉਹਦਾ ਵੀ ਜ਼ਿਕਰ ਕਰਦੇ ਨੇ। ਚਮਰਟਾ ਗਾਂਠ ਨਾ ਜਨਈ, ਲੋਗ ਗਠਾਵੈ ਪਨਹੀ, ਆਰ ਨਹੀਂ ਜਿਹ ਤੋਪੋ, ਨਹੀਂ ਰਾਂਬੀ ਠਾਓ ਰੋਪੋ। ਲੋਗ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗਾਂਠੇ ਜਾਏ ਪਹੁੰਚਾ। ਚਮਰਟਾ ਗਾਂਠ ਨਾ ਜਨਈ। ਭਗਤ ਰਵਿਦਾਸ ਜੀ ਕਹਿੰਦੇ, ਮੈਂ ਇਸ ਚੰਮ ਨੂੰ ਗੰਢਣਾ ਨਹੀਂ ਜਾਣਦਾ, ਜਿਹੜਾ ਚੰਮ ਸਰੀਰ ਹੈ। ਲੋਕ ਸਰੀਰਾਂ ਦੇ ਮੋਹ ਵਿੱਚ ਪਏ ਹੋਏ ਨੇ, ਪਰ ਮੈਂ ਇਸ ਦੇ ਵਿੱਚ ਨਹੀਂ। ਲੋਗ ਗਠਾਵੈ ਪਨਹੀ, ਤੇ ਲੋਕ ਜਿਹੜੇ ਨੇ ਨਾ ਆਪਣੇ ਸਰੀਰ ਦੀਆਂ ਜੁੱਤੀਆਂ ਗੰਢਦੇ ਰਹਿੰਦੇ ਹੈ। ਭਾਵ ਇਹ ਹੈ, ਲੋਕ ਜਿਹੜੇ ਨੇ ਨਾ ਉਹ ਪ੍ਰਭੂ ਚਰਨਾਂ ਤੋਂ ਦੂਰ ਹੋ ਕੇ ਸਿਰਫ ਤੇ ਸਿਰਫ ਸਰੀਰਾਂ ਦਾ ਇੱਕ ਦੂਜੇ ਦੇ ਨਾਲ ਮਿਲਾਪ ਰੱਖਦੇ ਨੇ। ਲੋੜ ਗਰਜ ਪੂਰੀ ਹੋਈ ਤਾਂ ਉਹਨੂੰ ਵੀ ਤੋੜ ਦਿੰਦੇ। ਆਰ ਨਹੀਂ ਜਿਹ ਤੋਪੋ, ਮੇਰੇ ਕੋਲ ਉਹ ਆਰ ਨਹੀਂ ਹੈ ਕਿ ਮੈਂ ਇਸ ਸਰੀਰ ਨੂੰ ਤੋਪਾ ਲਾਵਾਂ। ਮੇਰੇ ਕੋਲ ਮੋਹ ਦੀ ਆਰ ਨਹੀਂ ਕਿ ਇਸ ਸਰੀਰ ਦੀ ਜੁੱਤੀ ਨੂੰ ਹੀ ਗੰਢੀ ਜਾਵਾਂ, ਸਰੀਰਾਂ ਦੇ ਮੋਹ ਵਿੱਚ ਹੀ ਪਿਆ ਰਹਾਂ। ਨਹੀਂ ਰਾਂਬੀ ਠਾਓ ਰੋਪੋਂ,
ਮੇਰੇ ਕੋਲ ਰੰਬੀ ਵੀ ਨਹੀਂ ਹੈ ਵੀ ਮੈਂ ਉਹ ਚੰਮ ਨੂੰ ਕੱਟ ਕੇ ਇਸ ਜੁੱਤੀ ਨੂੰ, ਟੁੱਟੀ ਸਰੀਰ ਦੀ ਜੁੱਤੀ ਨੂੰ ਟਾਕੀ ਲਾਵਾਂ। ਲੋਭ ਦੀ ਰੰਬੀ ਨਹੀਂ ਮੇਰੇ ਕੋਲ ਕਿ ਮੈਂ ਇਸ ਸਰੀਰ ਨੂੰ ਟਾਕੀਆਂ ਲਾਵਾਂ। ਲੋਗ ਗੰਠ ਗੰਠ ਖਰਾ ਬਿਗੂਚਾ। ਸੰਸਾਰ ਦੇ ਲੋਕ ਜਿਹੜੇ ਨੇ ਉਹ ਸਰੀਰ ਦੀਆਂ ਜੁੱਤੀਆਂ ਨੂੰ ਗੰਢ ਗੰਢ ਕੇ ਖੁਆਰ ਹੋ ਰਹੇ ਨੇ। ਇੱਥੇ ਸਰੀਰ ਦੀਆਂ ਗੰਢਾਂ ਲੋਕ ਰੱਖਦੇ ਹੈ ਵੀ ਫਲਾਣੇ ਨੂੰ, ਫਲਾਣੇ ਬਾਬੇ ਨੂੰ ਮੱਥਾ ਨਾ ਟੇਕਿਆ ਉਹਨੇ ਰੁੱਸ ਜਾਣਾ ਹੈ। ਇੱਕ ਦੇ ਉਪਾਸ਼ਕ ਨਹੀਂ, ਖੁਆਰ ਹੁੰਦੇ ਨੇ। ਹਉ ਬਿਨ ਗਾਂਠੇ ਜਾਏ ਪਹੁੰਚਾ। ਕਹਿੰਦੇ ਮੈਂ ਇਸ ਸਰੀਰ ਦੀ ਜੁੱਤੀ ਨੂੰ ਗੰਢਣ ਤੋਂ ਬਿਨਾਂ ਹੀ, ਸੰਸਾਰ ਦੇ ਵਿੱਚ ਮੋਹ ਵਿੱਚ ਪੈਣ ਤੋਂ ਬਿਨਾਂ ਹੀ ਮੈਂ ਪਰਮਾਤਮਾ ਦੇ ਦਰ 'ਤੇ ਜਾ ਪਹੁੰਚਿਆ ਹਾਂ। ਸੋ ਮਾਲਕ ਦੇ ਨਾਲ ਪ੍ਰੀਤ ਪਾਉਣ ਦਾ ਉਪਦੇਸ਼ ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲਦਾ ਹੈ। ਹੰਕਾਰ ਨੂੰ ਛੱਡ ਕੇ ਨਿਮਰਤਾ ਤੇ ਆਦਿ ਗੁਣਾਂ ਨੂੰ ਧਾਰਨ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਭਗਤ ਰਵਿਦਾਸ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮੱਤ ਬਖਸ਼ਣੀ। ਪੈਰੀਂ ਪੈ ਰਹਿ ਰਾਸ ਕਰ, ਗੁਰ ਸਿੱਖ ਸੁਣ ਗੁਰ ਸਿੱਖ ਮਨੀਬੀ। ਮੁਰਦਾ ਹੋਏ ਮੁਰੀਦ ਗਰੀਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ। ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੇ ਕਿਰਪਾ ਸੁਖ ਕਨੇ। ਜੀ ਕੋਇ ਨਾਹੀ ਤੁਮਰਾ, ਸਗਲ ਸਮਗਰੀ ਤੁਮਰਾ ਸੁਤਰਕਾਰੀ। ਹਮ ਤੇ ਹੋ